तेरी शरण मेरे दीन दयाल सुख सागर मेरे गुरु गोपाला कर कृपा नानक गुण गावे राखो शरम असाड़ी जियो कर कृपा नानक गुण गावे राखो शरम असाड़ी जियो। सतनाम श्री वाहिगुरु साहिब जी। राग गौड़ी रविदास जी के पदे गौड़ी ग्वारेरी एक ओंकार सतनाम करता पुरख गुर प्रसाद। मेरी संगत पोच सोच दिन राती मेरा करम कुटिलता जन्म कुहाती। राम गुसैया जी के जीवना मोहे न विसारूं मैं जन तेरा रहाऊ। मेरी हरो विपत जन करो सुभाई चरण न छाडूं शरीर कल जाई। कहो रविदास परों तेरी सांभा बेग मिलो जन करना विलंबा। कहो रविदास परो तेरी सांभा बेग मिलो जन करना विलंबा। वाहिगुरु जी का खालसा वाहिगुरु जी की फतेह। गुरु रूप साध संगत जीओ धन धन श्री गुरु ग्रंथ साहब महाराज जी दी पावन पाक हजूरी विच जुड़ बैठे सतसंगी जनों। भगतां दी बाणी दी लड़ीवार विचार इस अस्थान ते पिछले समय तो आरंभ कीती है। भगतां दी बाणी दी लड़ीवार विचार अधीन अज भगत रविदास जी की उचारण की हुई बाणी जो गौड़ी राग दे विच दर्ज है, ये पावन शब्द विचारांगे।
मेरी संगत पोच, सोच दिन राती, मेरा कर्म कुटिलता, जन्म कुं भाती। ਇਹ ਪਾਵਨ ਸ਼ਬਦ ਪਾਵਨ ਅੰਕ 345 ਦੇ ਉੱਤੇ ਦਰਜ ਹੈ। ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ ਜੀ। ਗੁਰਫਤਿਹ ਦੀ ਸਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਇਸ ਸ਼ਬਦ ਦੇ ਕੇਂਦਰੀ ਭਾਵ ਦੇ ਰਾਹੀਂ ਉਸ ਪ੍ਰਭੂ ਨੂੰ ਸੰਬੋਧਨ ਕਰ ਰਹੇ ਹਨ। ਆਖ ਰਹੇ ਹਨ, ਰਾਮ ਗੁਸਈਆਂ ਜੀ ਕੇ ਜੀਵਨਾ। ਰਾਮ ਅੱਖਰ ਦਾ ਜਿਹੜਾ ਮਮਾ ਹੈ ਉਹ ਮੁਕਤਾ ਹੈ। ਜਿੱਥੇ ਇੱਕ ਪ੍ਰਭੂ ਦੇ ਲਖਾਇਕ ਗੱਲ ਚਲੇ ਔਰ ਅੱਖਰ ਲਾਸਟ ਵਾਲਾ ਮੁਕਤਾ ਹੋਵੇ, ਔਂਕੜ ਨਾ ਲੱਗੀ ਹੋਵੇ ਜਾਂ ਕੋਈ ਮਾਤਰਾ ਨਾ ਲੱਗੀ ਹੋਵੇ, ਸਮਝ ਲਓ ਕਿ ਉੱਥੇ ਸੰਬੋਧਨ ਕੀਤਾ ਗਿਆ ਹੈ। ਉਸ ਪ੍ਰਭੂ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਆਵਾਜ਼ ਮਾਰੀ ਗਈ ਹੈ। ਆਖਿਆ ਗਿਆ, ਹੇ ਰਾਮ, ਹੇ ਧਰਤੀ ਦੇ ਸਾਈਂ। ਗੂ ਕਹਿੰਦੇ ਨੇ ਧਰਤੀ ਨੂੰ, ਗੁਸਾਈਆਂ ਦਾ ਅਰਥ ਹੋ ਗਿਆ ਧਰਤੀ ਦੇ ਸਾਈਂ। ਆਵਾਜ਼ ਮਾਰ ਕੇ ਆਖ ਰਹੇ ਨੇ ਕਬੀਰ ਸਾਹਿਬ, ਹੇ ਰਾਮ, ਹੇ ਗੁਸਾਈ, ਹੇ ਧਰਤੀ ਦੇ ਸਾਈਂ, ਜੀ ਕੇ ਜੀਵਨਾ। ਜੀ ਕਹਿੰਦੇ ਨੇ ਜਿੰਦ ਨੂੰ। ਜੀਵਨਾ ਦਾ ਅਰਥ ਹੈ ਹੇ ਜਿੰਦ ਦੇ ਆਸਰੇ, ਜਿੰਦ ਨੂੰ ਜੀਵਨ ਦੇਣ ਵਾਲੇ। ਇਹ ਤਿੰਨੇ ਹੀ ਅੱਖਰ ਉਸ ਪ੍ਰਭੂ ਦੇ ਆਵਾਜ਼ ਮਾਰ ਕੇ ਸੰਬੋਧਨ ਰੂਪ ਦੇ ਵਿੱਚ ਭਗਤ ਰਵਿਦਾਸ ਜੀ ਆਖ ਰਹੇ ਨੇ, ਹੇ ਮੇਰੇ ਰਾਮ, ਹੇ ਧਰਤੀ ਦੇ ਸਾਈਂ, ਹੇ ਮੇਰੀ ਜਿੰਦ ਦੇ ਆਸਰੇ, ਇੱਕ ਕਿਰਪਾ ਕਰ ਮੋਹੇ ਨਾ ਵਿਸਾਰੋ, ਮੈਂ ਜਨ ਤੇਰਾ। ਆਖਣ ਲਗੇ, ਮੈਨੂੰ ਨਾ ਵਿਸਾਰੀ, ਮੈਂ ਤੇਰਾ ਦਾਸ ਹਾਂ, ਤੇਰਾ ਭਗਤ ਹਾਂ, ਤੇਰਾ ਸੇਵਕ ਹਾਂ। ਇਸ ਤਰ੍ਹਾਂ ਇੱਕ ਤਰਲਾ ਲੈ ਰਹੇ ਨੇ ਪ੍ਰਭੂ ਦੇ ਚਰਨਾਂ ਦੇ ਵਿੱਚ ਕਿ ਹੇ ਰੱਬ, ਮੈਨੂੰ ਤੂੰ ਭੁਲਾਵੀ ਨਾ, ਮੈਨੂੰ ਤੂੰ ਵਿਸਾਰੀ ਨਾ, ਮੈਂ ਤੇਰਾ ਜਨ ਹਾਂ, ਮੈਂ ਤੇਰਾ ਹੀ ਦਾਸ ਹਾਂ। ਇਹ ਗੱਲ ਵੱਖਰੀ ਹੈ, ਭਾਵੇਂ ਮੈਂ ਤੇਰਾ ਦਾਸ ਹਾਂ, ਪਰ ਜਦੋਂ ਮੈਂ ਆਪਣੇ ਜੀਵਨ ਵੱਲ ਵੇਖਦਾ ਹਾਂ ਤਾਂ ਮੇਰੇ ਜੀਵਨ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ, ਗਲਤੀਆਂ ਨੇ, ਔਗੁਣ ਨੇ, ਵਿਕਾਰ ਨੇ, ਵਿਵਚਾਰ ਨੇ। ਨਾਲ ਇਹ ਵੀ ਕਹਿ ਰਹੇ ਨੇ ਕਿ ਹਾਂ ਤੇਰਾ ਸੇਵਕ ਹਾਂ। ਠੀਕ ਹੈ, ਤੇਰਾ ਸੇਵਕ ਹੋਣ ਦੇ ਨਾਤੇ ਮੇਰੇ 'ਚ ਕੋਈ ਵੀ ਔਗੁਣ ਨਹੀਂ ਹੋਣਾ ਚਾਹੀਦਾ, ਕੋਈ ਵੀ ਐਬ ਨਹੀਂ ਹੋਣਾ ਚਾਹੀਦਾ, ਪਰ ਮੇਰੇ ਵਿੱਚ ਤਾਂ ਔਗੁਣ ਬੜੇ ਨੇ। ਅਤੇ ਇਹ ਵੀ ਨਾਲ ਦਰਸਾ ਰਹੇ ਹਨ, ਇਸ ਗੱਲ ਨੂੰ ਲੁਕਾ ਨਹੀਂ ਰਹੇ ਵੀ ਮੇਰੇ ਵਿੱਚ ਔਗੁਣ ਨਹੀਂ ਹਨ। ਅਸੀਂ ਯਤਨ ਕਰਦੇ ਹਾਂ ਕਿ ਲੋਕਾਂ ਨੂੰ ਸਾਡੇ ਔਗੁਣ ਨਾ ਪਤਾ ਚੱਲਣ। ਅਸੀਂ ਆਪਣੇ ਔਗੁਣਾਂ ਨੂੰ ਗੁਰੂ ਤੋਂ ਵੀ ਲੁਕਾਉਣ ਦਾ ਯਤਨ ਕਰਦੇ ਹਾਂ, ਪ੍ਰਭੂ ਤੋਂ ਵੀ ਲੁਕਾਉਣ ਦਾ ਯਤਨ ਕਰਦੇ ਹਾਂ, ਆਪਣੇ ਪਰਿਵਾਰ ਤੋਂ ਵੀ, ਸਮਾਜ ਤੋਂ ਵੀ। ਪਰ ਜੋ ਗੱਲ ਭਗਤ ਜੀ ਕਹਿੰਦੇ ਮੈਨੂੰ ਨਜ਼ਰ ਆ ਰਹੀ ਹੈ ਨਾ, ਤੇ ਸੱਚ ਤਾਂ ਇਹ ਹੈ ਕਿ ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ। ਹੇ ਪ੍ਰਭੂ, ਦਿਨ ਰਾਤ ਮੈਨੂੰ ਇਹੀ ਸੋਚ ਰਹਿੰਦੀ ਹੈ ਕਿ ਮੇਰਾ ਕੀ ਬਣੇਗਾ, ਮੇਰਾ ਕੀ ਹਾਲ ਹੋਵੇਗਾ। ਮੈਂ ਦਿਨ ਰਾਤ ਇਹੀ ਸੋਚਦਾ ਰਹਿੰਦਾ ਹਾਂ, ਇਹੀ ਚਿਤਵਦਾ ਰਹਿੰਦਾ ਕਿ ਮੇਰਾ ਬਣੇਗਾ ਕੀ। ਕਿਉਂਕਿ ਮੇਰੀ ਜਿਹੜੀ ਸੰਗਤ ਹੈ, ਮੇਰੀ ਸੰਗਤ ਪੋਚ। ਪੋਚ ਦਾ ਅਰਥ ਹੁੰਦਾ ਨੀਚ, ਪੋਚ ਦਾ ਅਰਥ ਹੁੰਦਾ ਮਾੜਾ। ਕਹਿੰਦੇ ਮੇਰੀ ਜਿਹੜੀ ਸੰਗਤ ਹੈ ਨਾ,
ਮਾੜਿਆਂ ਨਾਲ ਮੇਰਾ ਬਹਿਣ ਖਲੋਣ ਹੈ। ਮੈਂ ਮਾੜਿਆਂ ਦੀ ਸੰਗਤ ਵਿੱਚ ਬੈਠਦਾ। ਮੈਨੂੰ ਇਹੀ ਹਰ ਵੇਲੇ ਸੋਚ ਰਹਿੰਦੀ ਹੈ ਕਿ ਮੇਰਾ ਬਣੇਗਾ ਕਿ ਮੈਂ ਚੰਗੇ ਬੰਦਿਆਂ ਦੀ ਸੰਗਤ ਹੀ ਨਹੀਂ ਕਰਦਾ। ਮੇਰਾ ਕੀ ਬਣੇਗਾ, ਮੇਰਾ ਕੀ ਹੋਵੇਗਾ। ਮੇਰੀ ਸੰਗਤ ਬੜੀ ਮਾੜੀ ਹੈ। ਉਦਾਸਕ ਬੇਨਤੀ ਕਰੇ, ਅਸਲ ਸੰਗਤ ਉਹ ਹੁੰਦੀ ਹੈ ਜਿਸ ਦੇ ਪ੍ਰਭਾਵ ਵਿੱਚ ਅਸੀਂ ਜਿਉਂਦੇ ਹਾਂ। ਮਤਾ ਸਮਝੋ ਕਿ ਗੁਰਦੁਆਰੇ ਮੱਥਾ ਟੇਕ ਕੇ ਕੁਝ ਸਮਾਂ ਸਤਸੰਗ ਸੁਣਿਆ ਔਰ ਘਰ ਚਲੇ ਗਏ ਤੇ ਇਹ ਗੁਮਾਨ ਕਰ ਲੈਣਾ ਵੀ ਮੈਂ ਬੜਾ ਸਤਸੰਗੀ ਬਣ ਗਿਆ। ਪਰ ਬਾਕੀ ਸਮਾਂ, ਸਾਰਾ ਸਮਾਂ ਵਿਕਾਰ ਹੀ ਚਿੱਤ ਵੀ ਜਾਣੇ, ਹੋਰ ਗੱਲਾਂ ਮਨ ਵਿੱਚ ਚਲੀ ਜਾਣੀਆਂ, ਹੋਰ ਸੰਸਾਰ ਦਾ ਪ੍ਰਭਾਵ ਬਣਿਆ ਰਹਿਣਾ। ਤੇ ਇਹ ਸਮਝ ਲੈਣਾ ਚਾਹੀਦਾ ਬੰਦੇ ਨੂੰ, ਮੇਰੀ ਸੰਗਤ ਮਾੜੇ ਪ੍ਰਭਾਵ ਵਾਲੀ ਹੈ। ਭਾਵੇਂ ਮੈਂ ਗੁਰੂ ਕੋਲ ਆਉਂਦਾ, ਬਾਣੀ ਪੜ੍ਹਦਾ, ਪਰ ਮੇਰਾ ਮਨ ਜੋ ਸੰਗਤ ਕਬੂਲ ਕਰ ਰਿਹਾ ਹੈ ਉਹ ਹੈ ਔਗੁਣਾਂ ਵਾਲੀ ਸੰਗਤ। ਮੇਰਾ ਕੀ ਹੋਏਗਾ? ਕਿਉਂਕਿ ਦੇਖੋ, ਜਿੰਨੀ ਛੇਤੀ ਸਾਡਾ ਮਨ ਔਗੁਣਾਂ ਨੂੰ ਕਬੂਲ ਕਰ ਲੈਂਦਾ ਹੈ, ਉਨਾ ਚਿਰ ਇਹ ਗੁਣਾਂ ਨੂੰ, ਵਡਿਆਈਆਂ ਨੂੰ, ਅੱਛਾਈਆਂ ਨੂੰ ਕਬੂਲ ਨਹੀਂ ਕਰਦਾ। ਔਰ ਇਹ ਗੱਲ ਉਸ ਪ੍ਰਭੂ ਦੇ ਚਰਨਾਂ 'ਚ ਆਖਣੀ, ਆਪਣੇ ਅੰਦਰ ਦੀ ਗੱਲ ਪ੍ਰਭੂ ਨੂੰ ਕਹਿ ਦੇਣੀ ਵੀ ਸੱਚੇ ਪਾਤਸ਼ਾਹ ਤੇਰੇ ਕੋਲੋਂ ਲੁਕਾਉਣਾ ਵੀ ਕੀ ਹੈ। ਅਸੀਂ ਤਾਂ ਮਾਫ਼ ਕਰਨਾ, ਗੁਰੂ ਕੋਲੋਂ ਵੀ ਲੁਕਾਉਂਦੇ ਹਾਂ, ਰੱਬ ਕੋਲੋਂ ਵੀ ਲੁਕਾਉਂਦੇ ਹਾਂ। ਔਰ ਇੱਕ ਪਾਸੇ ਇਹ ਵੀ ਪੜ੍ਹੀ ਜਾਂਦੇ ਕਿ ਵਾਹਿਗੁਰੂ ਅੰਤਰਜਾਮੀ ਹੈ। ਚਾਹੀਦਾ ਤਾਂ ਇਹ ਹੈ, ਜੋ ਕਮੀ ਹੈ ਗੁਰੂ ਦੇ ਅੱਗੇ ਆ ਕੇ ਸਾਨੂੰ ਦੱਸਣੀ ਚਾਹੀਦੀ, ਸੱਚੇ ਪਾਤਸ਼ਾਹ ਮੇਰੇ ਵਿੱਚ ਇਹ ਔਗੁਣ ਨੇ। ਭਾਵੇਂ ਤੈਨੂੰ ਪਤਾ ਹੈ, ਤੂੰ ਮੇਰੇ ਅੰਦਰ ਦੀ ਜਾਣਦਾ ਹੈ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਨੇ, ਮਹਾਰਾਜ ਕਹਿੰਦੇ ਨੇ ਕਿ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੇ ਕੋਈ। ਜੋ ਸਾਡੀ ਪੀੜਾ ਹੈ ਨਾ, ਹੇ ਵਾਹਿਗੁਰੂ ਤੂੰ ਜਾਣਦਾ ਹੈ। ਇੱਥੇ ਵੀ ਇਸ ਤਰ੍ਹਾਂ ਦੀ ਵਿਚਾਰ ਚੱਲ ਰਹੀ ਹੈ ਕਿ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਮਹਾਤੀ। ਕਰਮ ਕੁਟਲਤਾ ਦਾ ਅਰਥ ਹੁੰਦਾ ਖੋਟ ਵਾਲਾ। ਆਓ ਕਿ ਖੋਟ ਮੇਰਾ ਨਿਤ ਦਾ ਕਰਮ ਹੈ, ਬੁਰਿਆਈ ਮੇਰਾ ਨਿਤ ਦਾ ਕਰਮ ਹੈ। ਇਹ ਨਿਤ ਦਾ ਕਰਮ ਬਣਿਆ ਹੋਇਆ। ਤੇ ਜਨਮ ਕੁਮਾਤੀ, ਮੇਰਾ ਜਨਮ ਵੀ ਨੀਵੀਂ ਜਾਤ ਵਿੱਚੋਂ ਹੈ। ਭਗਤ ਰਵਿਦਾਸ ਜੀ ਆਖ ਰਹੇ ਨੇ, ਜਿੱਥੇ ਮੇਰੀ ਸੰਗਤ ਮਾੜੀ ਹੈ, ਖੋਟ ਮੇਰਾ ਨਿਤ ਦਾ ਕਰਮ ਹੈ। ਆਓ ਕਿ ਮੇਰਾ ਜੀਵਨ ਖੋਟਾ ਜੀਵਨ ਹੈ। ਇਸ ਕਰਕੇ ਪਤਾ ਇੱਥੇ ਜੋ ਬੇਨਤੀ ਰੂਪ ਦੇ ਵਿੱਚ ਕੀ ਆਖਿਆ ਗਿਆ, ਜਦੋਂ ਮੈਂ ਆਪਣੇ ਵੱਲ ਵੇਖਦਾ ਸੱਚੇ ਪਾਤਸ਼ਾਹ, ਤੇ ਇੱਕ ਕਿਰਪਾ ਕਰੋ ਮੇਰੇ ਉੱਤੇ, ਮੇਰੀ ਹਰੋ ਵਿਪਤ ਜਨ ਕਰੋ ਸੁਭਾਈ। ਹੇ ਪ੍ਰਭੂ, ਮੇਰੀ ਇਹ ਵਿਪਤਾ ਕੱਟ। ਵਿਪਤ ਕਿਹੜੀ? ਮੁਸੀਬਤ ਜਿਹੜੀ ਹੈ, ਭੈੜੀ ਸੰਗਤ ਰੂਪ ਵਿਪਤਾ ਜਿਹੜੀ ਮੇਰੇ ਜੀਵਨ 'ਚ ਆਈ ਹੋਈ ਹੈ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਵੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੇ ਕੋਈ। ਸਾਡੀ ਵੇਦਨ ਨੂੰ ਤੂੰ ਜਾਣਦਾ, ਸਾਡੀ ਵਿਪਤਾ ਨੂੰ ਤੂੰ ਜਾਣਦਾ, ਹੋਰ ਕੋਈ ਨਹੀਂ ਜਾਣਦਾ। ਇਹ ਜਿਹੜੀ ਭੈੜੀ ਸੰਗਤ ਹੈ ਨਾ, ਇਹ ਮੇਰੇ ਜੀਵਨ ਦੀ ਵੱਡੀ ਮੁਸੀਬਤ ਹੈ। ਭੈੜੀ ਸੰਗਤ ਰੂਪ ਵਿਪਤਾ ਮੇਰੇ ਜੀਵਨ 'ਚੋਂ ਪਾਸੇ ਕਰਦੇ, ਭੈੜੀ ਸੰਗਤ ਮੇਰੇ ਜੀਵਨ ਤੋਂ ਦੂਰ ਕਰਦੇ। ਕਿਉਂਕਿ ਸਭ ਤੋਂ ਵੱਡੀ ਜੀਵਨ ਵਿੱਚ ਕੋਈ ਵਿਪਤਾ ਹੈ ਨਾ, ਤੇ ਉਹ ਹੈ ਮਨੁੱਖ ਦੀ ਭੈੜੀ ਸੰਗਤ, ਬੁਰੇ ਲੋਕਾਂ ਦੀ ਸੰਗਤ, ਬੁਰੇ ਕਰਮਾਂ ਦੀ ਸੰਗਤ। ਹੋਰ ਕੋਈ ਭੈੜੀ ਚੀਜ਼ ਨਹੀਂ ਜੀਵਨ 'ਚ। ਸਭ ਤੋਂ ਵੱਡੀ ਵੇਦਨ ਪੀੜਾ ਹੀ ਸਾਡੀ ਇਹ ਹੈ, ਕਿਉਂਕਿ ਮਾੜੀ ਸੰਗਤ ਕਰਦੇ ਹਾਂ। ਔਗੁਣੀ ਨੇ ਜਿਹੜੇ ਸਾਨੂੰ ਤੰਗ ਕਰਦੇ ਨੇ, ਦੁਖੀ ਕਰਦੇ ਨੇ। ਬੰਦੇ ਨੂੰ ਕੋਈ ਦੁਖੀ ਨਹੀਂ ਕਰਦਾ, ਬੰਦੇ ਦੇ ਕੀਤੇ ਹੋਏ ਕਰਮ ਮਨੁੱਖ ਨੂੰ ਦੁਖੀ ਕਰਦੇ। ਸਾਡੇ ਕਰਮ ਸਾਨੂੰ ਦੁਖੀ ਕਰ ਰਹੇ ਹਨ।
अज तक मनुख ने इतना घाटा किसी बंदे कोलों नहीं खादा जितना कि अपने माड़े कर्मा करके घाटे खादे ने। अपने ओगना करके जितना घाटा मनुख ने खादा है, किसी बंदे ने इतना घाटा कभी बंदे नूं दिता ही नहीं। ये याद रखना जीवन च। इस करके भगत रविदास जी उस वाहिगुरू जी के चरणों के विच ये तरला लैके कह रहे हैं कि मेरी हरो विपत, हे मेरे प्रभु मेरी ये विपता कट दे, भैड़ी संगत तो बचा लै। क्योंकि ये जिहड़ी संगत है ना, यही भैड़ी संगत है जिहड़ी कि साडी जिंदगी नूं डोब दिंदी है। गुरबाणी ने सब तो वध जोर ही इस गल दे उत्ते दिता है कि तू भैड़ी संगत तो अपने जीवन नूं बचा के रखी। और ये भी गल याद रखना, जदों असी माड़ी संगत विच बहन खलोन रखते हाँ, उठना बैठना साडा हुंदा है, फिर ऐसी एक बादी बन जाती है, आदत बन जाती, उसनूं छड्डना बड़ा मुश्किल है, बड़ा औखा कर्म है। वो कम छड्डिया नहीं जाता, ते जिहड़ा कम आप छड्डिया ना जा सके उस लई गुरु चरनां 'च फिर अरदास करनी बनती, जिवें भगत रविदास जी कर रहे हैं भी ये मैं छड्ड नहीं सकता। अरदास तो करनी बनती है ना, क्योंकि जिहड़ी चीज़ तो आप बच ना सकीए वो तो फिर गुरु साहब के चरनां 'च लिया होया तरला ही सानू बचा सकता है। एक विद्वान ने ताई लिखिया, कहते जो बात दवा से बन ना सके वो बात दुआ से होती है, जब मुर्शद कामल मिलता है तो बात खुदा से होती है। जेड़ा रोग दवा तो ठीक ना होवे ना, वो दुआ तो हो जाता है। जिथे दवा काम ना करे उथे अरदास काम करती, बेनती काम करनी, तरला काम करदा है। ते जदों कामल मुर्शद मिलता है गुरु ग्रंथ साहब जी वर्गा, फिर जाके खुदा दे नाल गलबात हुंदी है, वाहिगुरू जी दे नाल संबंध बनता, उहदे नाल गल्लां बातां हुंदियां। जदों गुरु ग्रंथ साहब वर्गा गुरु सानू मिल जाता है। और एक गल याद रखना, जीवन विच गुरु साहब की बाणी ने सानू सिखाया, महाराज कहते जी की बिरथा होए सो गुर पै अरदास कर। सिੱਖੀ ਦਾ कंसैप्ट ही अरदास है। कोई भी जीवन च बिरथा है, विपता है, कोई दुख है, सिख का फर्ज है गुरु के चरणों च अरदास करना। साडा काम केवल अर्जी लाना है गुरु चरणों च, बाकी गुरु की मर्जी है। आपां अर्जी तो दे सकते ना गुरु नूं, अरदास ही तो कर सकते, बाकी तो गुरु साहब की मर्जी है। उन्होंने जो करना है वो उन्होंने करना है, पर असी अपनी अर्जी इत्थे दे के जाई गुरु चरणों च भी सच्चे पातशाह साडी अर्जी है, साडी अरदास है, साडी अरजोई है, बाकी तेरी मर्जी जो तू करना है वो मैनू सिर मत्थे ते प्रवान है, पर मेरे वालों ये तेरे चरणों च बेनती है, मैं तरला लैन आया। भगत रविदास जी एक तरला लै रहे हैं प्रभु के चरणों च कि ये जिहड़ी भैड़ी संगत रूप विपता, ये बड़ी मुसीबत मेरी जिंदगी विच आई है। क्यों विपता कह रहे हैं? क्योंकि जदों जीवन च औगुण कट्ठे हो जाते ने, विकार कट्ठे हो जाते ने, जीवन विच माड़ियां चीज़ां कर कर जानियां, उन्हां नूं छड्डना बड़ा औखा है। किसी बंदे नूं कोई नशा लग्या, किसी बंदे नूं कोई विकार जिहड़ा सी वो प्रभाव पा गया, उन्हां चीज़ां चों निकलना बड़ा मुश्किल है। क्योंकि एक ऐसी दलदल है संसार दे जिहड़े कर्म ने, जिहड़े विकार ने, जिहड़े संसार दे औगुण ने, जिहड़ा ना औगुणां च फस जांदा है, वो बड़ा यतन करन तो भी इन्हां विचों बाहर नहीं आ पांदा। कोई ना कोई औगुण मनुख दा पिछा करदा रहिंदा है,
ਕੋਈ ਨਾ ਕੋਈ ਔਗੁਣ। ਤੁਸੀਂ ਵੇਖੋ ਭਰਤਰੀ ਜੋਗੀ, ਜਦੋਂ ਉਸਨੂੰ ਯੋਗ ਦੀ ਸਿੱਖਿਆ ਮਿਲੀ ਨਾ, ਤੇ ਭਰਤਰੀ ਨੇ ਆਪਣਾ ਘਰ ਛੱਡ ਦਿੱਤਾ ਸੀ। ਬਹੁਤ ਵੱਡਾ ਰਾਜਾ ਸੀ, ਰਾਣੀਆਂ ਛੱਡ ਦਿੱਤੀਆਂ, ਰਾਜ ਮਹਿਲ ਛੱਡ ਦਿੱਤਾ, ਸੋਨਾ ਚਾਂਦੀ ਜੋ ਕੁਛ ਸੀ ਸਭ ਛੱਡ ਦਿੱਤਾ, ਤਿਆਗੀ ਬਣ ਗਿਆ। ਪਰ ਇਹ ਜਿਹੜੀ ਵਿਪਤਾ ਨਾ, ਭਾਵੇਂ ਉਹ ਵਿਕਾਰ ਨੇ, ਭਾਵੇਂ ਇਹ ਵਾਸਨਾਵਾਂ ਨੇ, ਇਹ ਬੰਦੇ ਦਾ ਪਿੱਛਾ ਨਹੀਂ ਛੱਡਦੀਆਂ। ਭਰਤਰੀ ਜੋਗੀ ਲਿਖਦਾ ਹੈ, ਕਹਿੰਦੇ ਮੈਂ ਸਭ ਕੁਝ ਛੱਡ ਦਿੱਤਾ, ਪਰ ਕਹਿੰਦੇ ਇਹ ਵਾਸਨਾ ਨਹੀਂ ਛੱਡੀ ਗਈ। ਇੱਕ ਵਾਰੀ ਭਰਤਰੀ ਜੋਗੀ ਜਦੋਂ ਰਾਜਪਾਟ ਛੱਡ ਕੇ ਜਾ ਰਿਹਾ ਸੀ ਨਾ, ਤੇ ਰਸਤੇ ਵਿੱਚ ਜਾਂਦੇ ਜਾਂਦੇ ਸਵੇਰੇ ਦਾ ਵਕਤ ਸੀ, ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ, ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ, ਦੂਰੋਂ ਇੰਝ ਲੱਗਦਾ ਸੀ ਜਿਵੇਂ ਕੋਈ ਲਾਲ ਪਿਆ ਹੋਇਆ। ਪਤਾ ਨਹੀਂ ਮਨ ਵਿੱਚ ਕੀ ਆਇਆ, ਇਹ ਧਰਤੀ ਤੇ ਲਾਲ ਡਿੱਗਿਆ ਹੋਇਆ, ਸਭ ਕੁਝ ਛੱਡ ਕੇ ਆਇਆ। ਉਸ ਪਾਨ ਖਾਦੇ ਹੋਏ ਨੂੰ ਜਿਹਨੇ ਥੁੱਕਿਆ ਸੀ, ਉਸਨੂੰ ਦੇਖ ਕੇ ਕਿਰਨਾਂ ਇਸ ਤਰ੍ਹਾਂ ਪੈ ਰਹੀਆਂ ਜਿਵੇਂ ਕੋਈ ਕੀਮਤੀ ਲਾਲ ਪਿਆ ਹੋਇਆ, ਔਰ ਰੋਸ਼ਨੀ ਵਿੱਚ ਉਹ ਚਮਕ ਰਿਹਾ। ਇਸ ਨੇ ਜਾ ਕੇ ਉਸ ਪਾਨ ਜਿਸਨੇ ਖਾ ਕੇ ਥੁੱਕਿਆ ਸੀ, ਉਸ ਥੁੱਕ ਨੂੰ ਜਾ ਕੇ ਹੱਥ ਪਾਇਆ ਨਾ, ਤੇ ਸਾਰਾ ਹੱਥ ਲਿਵੜ ਗਿਆ, ਬੜਾ ਦੁਖੀ ਹੋਇਆ। ਉੱਥੇ ਇੱਕ ਵਚਨ ਕਿਹਾ, ਕਹਿੰਦੇ ਰਤਨ ਜੜਪ ਮੰਡਪ ਤਜੇ। ਭਰਤਰੀ ਜੋਗੀ ਆਪਣੇ ਗ੍ਰੰਥ 'ਚ ਲਿਖਦਾ ਹੈ, ਕਹਿੰਦੇ ਰਤਨ ਜੜਤ ਮੰਡਪ ਤਜੇ, ਤਜੀ ਸਹਿਨਸਰ ਨਾਰ। ਇਤਨਾ ਕੁਝ ਛੱਡ ਕੇ ਆ ਗਿਆ, ਮੇਰੇ ਘਰ ਨੂੰ ਰਤਨ ਜੜੇ ਹੋਏ ਸਨ। ਰਤਨ ਜੜਤ ਮੰਡਪ ਤਜੇ, ਤਜੀ ਸਹਿਨਸਰ ਨਾਰ, ਅਜੇ ਵਾਸਨਾ ਨਾ ਤਜੀ, ਰੇ ਮਨ ਤੋਏ ਤਿਖਾਰ। ਹੇ ਮਨ, ਅਜੇ ਤੂੰ ਵਾਸਨਾ ਨਹੀਂ ਛੱਡੀ, ਤੈਨੂੰ ਤਰਕਾਰ ਹੈ, ਫਿਟਕਾਰਾਂ ਨੇ ਤੈਨੂੰ। ਸਿਆਣੇ ਕਹਿੰਦੇ ਨੇ ਕਿ ਜੇ ਕਿਸੇ ਨੂੰ ਇੱਕ ਵਾਰੀ ਤਰਕਾਰ ਕਹਿਣਾ ਹੋਵੇ ਤੇ ਉਸ ਦਾ ਅਰਥ 100 ਵਾਰੀ ਫਿੱਟੇ ਮੂੰਹ ਕਹਿਣਾ, ਇੱਕ ਤਰਕਾਰ ਬਣਦਾ। ਕਹਿ ਦੋ ਨਾ ਵੀ ਤਰਕਾਰ, ਤੇ 100 ਵਾਰੀ ਫਿੱਟੇ ਮੂੰਹ ਕਹਿ ਦਿੱਤਾ। ਉਹ ਕਹਿੰਦਾ ਮਨਾ, ਅਜੇ ਵੀ ਤੂੰ ਵਾਸਨਾ ਨਹੀਂ ਛੱਡੀ, ਇਤਨਾ ਕੁਛ ਛੱਡ ਕੇ ਆ ਗਿਆ। ਰੋ ਪਿਆ ਸੀ ਭਰਤਰੀ ਜੋਗੀ, ਅੱਖਾਂ ਵਿੱਚੋਂ ਅਥਰੂ ਆ ਗਏ ਸੀ ਕਿ ਇਹ ਵਾਸਨਾ ਕਿਸ ਤਰ੍ਹਾਂ ਮਨੁੱਖ ਦੇ ਉੱਤੇ ਪ੍ਰਭਾਵ ਪਾਉਂਦੀ ਹੈ। ਨਹੀਂ ਛੱਡੀ ਗਈ ਵਾਸਨਾ, ਔਰ ਇਹ ਵਾਸਨਾ ਹੀ, ਇਹ ਭੈੜੀ ਸੰਗਤ ਹੀ, ਭੈੜੀ ਚੀਜ਼ਾਂ ਹੀ ਜੀਵਨ ਦੀ ਸਭ ਤੋਂ ਵੱਡੀ ਵਿਪਤਾ ਹੈ, ਜਿਹੜੀ ਸਾਡੇ ਜੀਵਨ ਨੂੰ ਬਰਬਾਦ ਕਰਦੀ ਹੈ, ਜੋ ਭਗਤ ਰਵਿਦਾਸ ਜੀ ਇੱਥੇ ਸਮਝਾਉਣਾ ਚਾਹੁੰਦੇ। ਇਸ ਕਰਕੇ ਭਰਤਰੀ ਜੋਗੀ ਕਹਿੰਦਾ ਬੜਾ ਔਖਾ ਹੈ। ਸਭ ਕੁਝ ਛੱਡਣ ਤੋਂ ਬਾਅਦ ਵੀ ਲੋਕ ਕਹਿਣਗੇ ਰਾਜੇ ਭਰਤਰੀ ਨੇ ਰਾਜਪਾਟ ਛੱਡ ਦਿੱਤਾ, ਨਾਰਾਂ ਆਪਣੇ ਘਰ ਦੀਆਂ ਹਜ਼ਾਰਾਂ ਇਸਤਰੀਆਂ ਛੱਡ ਦਿੱਤੀਆਂ, ਸਭ ਕੁਝ ਛੱਡ ਦਿੱਤਾ, ਤਿਆਗੀ ਹੋ ਗਿਆ। ਪਰ ਮੈਨੂੰ ਕੋਈ ਪੁੱਛੇ, ਮੈਂ ਸਭ ਕੁਝ ਛੱਡਣ ਤੋਂ ਬਾਅਦ ਵੀ ਇਹ ਵਾਸਨਾ ਨਹੀਂ ਛੱਡ ਸਕਿਆ। ਛੱਡ ਸਭ ਕੁਝ ਦਿੱਤਾ, ਲੋਕਾਂ ਦੀ ਨਜ਼ਰ ਵਿੱਚ ਮੈਂ ਤਿਆਗੀ ਹਾਂ, ਐਡਾ ਵੱਡਾ ਤਿਆਗ ਕੀਤਾ, ਪਰ ਮੇਰੇ ਕੋਲੋਂ ਤਿਆਗ ਇਸ ਵਾਸਨਾ ਦਾ ਨਹੀਂ ਹੋਇਆ। ਫਿਰ ਵਚਨ ਕਹਿ ਕੇ ਅੱਗੇ ਚਲਾਂ, ਰਤਨ ਜੜਤ ਮੰਡਪ ਤਜੇ, ਤਜੀ ਸਹਿਨਸਰ ਨਾਰ, ਅਜੇ ਵਾਸਨਾ ਨਾ ਤਜੀ, ਰੇ ਮਨ ਤੋਏ ਤਰਕਾਰ। ਤੂੰ ਅਜੇ ਵੀ ਵਾਸਨਾ ਨਹੀਂ ਛੱਡੀ, ਤੈਨੂੰ ਤਰਕਾਰ ਹੈ, ਤੈਨੂੰ ਫਿਟਕਾਰ ਹੈ। ਇਹ ਵਾਸਨਾ ਛੱਡੀ ਹੀ ਨਹੀਂ ਜਾਂਦੀ, ਕਿਉਂਕਿ ਮਹਾਰਾਜ ਕਹਿੰਦੇ ਨੇ ਵਿਖੇ ਵਿਖੇ ਕੀ ਵਾਸਨਾ ਤਜੀ ਨਹਿ ਜਾਏ। ਇਹ ਛੱਡੀ ਨਹੀਂ ਜਾਂਦੀ। ਜਿਹੜੀ ਮਾਇਆ ਦੀ ਵਾਸਨਾ ਹੈ ਨਾ ਪਿਆਰੋ, ਬੜਾ ਮੁਸ਼ਕਿਲ ਕੰਮ ਹੈ। ਇਹ ਤਾਂ ਇੱਕੋ ਹੀ ਕੰਮ ਹੋ ਸਕਦਾ ਜਿਵੇਂ ਭਗਤ ਰਵਿਦਾਸ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਤਰਲਾ ਲੈ ਰਹੇ ਨੇ। ਅਸੀਂ ਆਪਣੇ ਯਤਨਾਂ ਦੇ ਨਾਲ ਇਹ ਵਾਸਨਾ ਨਹੀਂ ਤਿਆਗ ਸਕਦੇ। ਹਾਂ, ਅਰਦਾਸ ਕਰੀਏ, ਵਾਹਿਗੁਰੂ ਸਾਡੀ ਅਰਦਾਸ ਸੁਣ ਲਵੇ ਤਾਂ ਇਸ ਵਾਸਨਾ ਤੋਂ ਸਾਨੂੰ ਆਪ ਕਿਰਪਾ ਕਰਕੇ ਬਚਾ ਸਕਦਾ ਹੈ। ਅਸੀਂ ਇਸ ਨੂੰ ਆਖੀਏ ਸੱਚੇ ਪਾਤਸ਼ਾਹ ਨੂੰ, ਸੱਚੇ ਪਾਤਸ਼ਾਹ ਕਿ ਕਿਰਪਾ ਕਰ ਦਿਓ, ਕਾਮ ਕ੍ਰੋਧ ਜੇ ਇਹ ਚੀਜ਼ਾਂ ਮੇਰੇ ਜੀਵਨ 'ਚ ਨੇ ਨਾ, ਇਹਨਾਂ ਤੋਂ ਮੈਨੂੰ ਛਡਾਓ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਕਰ ਕਰਕੇ ਬੈਠੀਆਂ ਚੀਜ਼ਾਂ, ਮੇਰੇ ਉੱਤੇ ਕਿਰਪਾ ਕਰੋ, ਮੇਰੇ ਉੱਤੇ ਰਹਿਮਤ ਕਰੋ।
क्योंकि काम क्रोध लोभ झूठ निंदा ते महाराज कहते इनते आप छड़ावो, ए भीतर ते इनको डारो, आपन निकट बुलावो। ਇਹ ਅਰਦਾਸ ਹੈ ਵਾਹਿਗੁਰੂ ਜੀ ਦੇ ਚਰਨਾਂ 'ਚ। ਜਿਵੇਂ ਭਗਤ ਰਵਿਦਾਸ ਜੀ ਇੱਥੇ ਕਰ ਰਹੇ ਨੇ, ਮੇਰੀ ਹਰੋ ਵਿਪਤ ਜਨ ਕਰੋ ਸੁਭਾਈ। ਆਖਣ ਲੱਗੇ ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ। ਜਨ ਦਾ ਅਰਥ ਹੁੰਦਾ ਸੇਵਕ, ਕਰੋ ਦਾ ਅਰਥ ਹੈ ਕਰ ਲੈ ਬਣਾ ਲੈ, ਸੁਭਾਈ ਦਾ ਅਰਥ ਹੈ ਚੰਗੀ ਭਾਵਨਾ ਵਾਲਾ। ਸੋ ਦਾ ਅਰਥ ਹੈ ਸੁਭਾਈ, ਸੋ ਭਾਈ ਚੰਗੇ ਭਾਵ ਵਾਲਾ, ਚੰਗੀ ਭਾਵਨਾ ਵਾਲਾ। ਮੇਰੀ ਚੰਗੀ ਭਾਵਨਾ ਨਹੀਂ ਹੈ ਤੇ ਗੁਸਤਾਖੀ ਮਾਫ ਕਰਨਾ ਜੇ ਭਾਵਨਾ ਚੰਗੀ ਨਹੀਂ, ਜੇ ਮਨ ਵਿੱਚ ਖੋਟ ਹੈ ਤੇ ਗੁਰਬਾਣੀ ਕਹਿੰਦੀ ਹੈ ਮਨ ਮੈਲਾ ਸਭ ਕੁਛ ਮੈਲਾ ਤੰਤ ਹੁੰਦਾ ਮਨ ਹੱਛਾ ਨਾ ਹੋਏ। ਗੁਰੂ ਕਿਰਪਾ ਕਰੇ। ਕਿਤੇ ਜਿਵੇਂ ਭਗਤ ਰਵਿਦਾਸ ਜੀ ਤਰਲਾ ਲੈ ਰਹੇ ਨੇ ਕਿ ਵਾਹਿਗੁਰੂ ਕਿਰਪਾ ਕਰ ਮੈਨੂੰ ਚੰਗੀ ਭਾਵਨਾ ਵਾਲਾ ਬਣਾ ਲੈ। ਨਾਲ ਕਹਿ ਰਹੇ ਨੇ ਮੈਨੂੰ ਸੇਵਕ ਨੂੰ, ਜਨ, ਜਨ ਦਾ ਅਰਥ ਹੁੰਦਾ ਸੇਵਕ, ਦਾਸ, ਗੋਲਾ। ਕਹਿੰਦੇ ਮੈਨੂੰ ਸੇਵਕ ਨੂੰ ਤੂੰ ਕਿਰਪਾ ਕਰ ਚੰਗੀ ਭਾਵਨਾ ਵਾਲਾ ਬਣਾ ਲੈ। ਫਿਰ ਕਹਿਣ ਲੱਗੇ ਕਹਿੰਦੇ ਚਰਨ ਨਾ ਛਾਡੂ ਸਰੀਰ ਕਲ ਜਾਈ, ਚਾਹੇ ਮੇਰੇ ਸਰੀਰ ਦੀ ਸੱਤਿਆ ਵੀ ਚਲੀ ਜਾਏ। ਕਲ ਦਾ ਅਰਥ ਹੁੰਦਾ ਸੱਤਾ, ਤਾਕਤ, ਸਮਰਥਾ, ਬਲ, ਜ਼ੋਰ। ਕਹਿੰਦੇ ਭਾਵੇਂ ਮੇਰੇ ਸਰੀਰ ਦੀ ਸੱਤਿਆ ਚਲੀ ਜਾਏ, ਚਰਨ ਨਾ ਛਾਡੂ, ਪਰ ਹੇ ਮੇਰੇ ਰਾਮ, ਹੇ ਮੇਰੇ ਗੁਸਾਈ, ਮੈਂ ਤੇਰੇ ਚਰਨ ਨਹੀਂ ਛੱਡਾਂਗਾ। ਭਾਵੇਂ ਮੇਰੇ ਸਰੀਰ ਦੀ ਸੱਤਾ ਚਲੀ ਜਾਏ, ਤਾਕਤ ਚਲੀ ਜਾਏ, ਇਸ ਦੇ ਵਿੱਚ ਬਲ ਨਾ ਰਹੇ, ਮੈਂ ਤੇਰੇ ਚਰਨ ਨਹੀਂ ਛੱਡਾਂਗਾ, ਤੇਰੇ ਨਾਮ ਤੋਂ ਦੂਰ ਨਹੀਂ ਜਾਵਾਂਗਾ, ਤੇਰੇ ਨਾਲੋਂ ਦੂਰ ਨਹੀਂ ਹੋਵਾਂਗਾ। ਅਸੀਂ ਤਾਂ ਛੱਡ ਜਾਂਦੇ ਹਾਂ ਨਾ। 2-4 ਸੁੱਖ ਜ਼ਿੰਦਗੀ 'ਚ ਆਏ ਨਹੀਂ, ਉਹਦਾ ਨਾਮ ਵਿਸਰ ਜਾਂਦਾ ਹੈ, ਉਹਦੀ ਸਿਫਤ ਸਲਾਹ ਵਿਸਰ ਜਾਂਦੀ ਹੈ, ਉਹਦਾ ਪਾਠ ਭੁੱਲ ਜਾਂਦਾ ਹੈ, ਬਾਣੀ ਪੜ੍ਹਨ ਦਾ ਚੇਤਾ ਹੀ ਨਹੀਂ ਰਹਿੰਦਾ। ਥੋੜ੍ਹੀ ਬਿਮਾਰੀ ਆ ਗਈ, ਦੁੱਖ ਆ ਗਿਆ, ਕੋਈ ਜੀਵਨ 'ਚ ਘਾਟਾ ਪੈ ਗਿਆ, ਉਸ ਵੇਲੇ ਅਸੀਂ ਛੱਡ ਪੈਂਦੇ ਹਾਂ। ਕੀ ਲਾਭ ਹੈ? ਮੈਂ ਇਤਨਾ ਪਾਠ ਪੂਜਾ ਕਰਦਾ ਰਿਹਾ, ਗੁਰਦੁਆਰੇ ਜਾਂਦਾ ਰਿਹਾ, ਰੱਬ ਨੇ ਮੈਨੂੰ ਘਾਟਾ ਦੇ ਦਿੱਤਾ, ਬਿਮਾਰੀ ਦੇ ਦਿੱਤੀ। ਭਗਤ ਰਵਿਦਾਸ ਜੀ ਕਹਿੰਦੇ ਮੇਰੇ ਸਰੀਰ ਦੀ ਸੱਤਾ ਤਾਕਤ ਚਲੀ ਜਾਏ, ਪਰ ਹੇ ਪ੍ਰਭੂ ਮੈਂ ਤੇਰੇ ਚਰਨ ਨਹੀਂ ਛੱਡਾਂਗਾ, ਤੇਰੇ ਚਰਨ ਫੜ ਕੇ ਰੱਖਾਂਗਾ। ਇਸ ਤਰ੍ਹਾਂ ਦੀ ਭਾਵਨਾ ਬਣ ਜਾਣੀ। ਜਿਵੇਂ ਭਗਤ ਕਬੀਰ ਸਾਹਿਬ ਆਖਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹੋਮ ਵਾਰੀ ਮੁਖ ਫੇਰ ਪਿਆਰੇ, ਕਰਵਤ ਦੇ ਮੋਕੋ ਕਾਹੇ ਕੋ ਮਾਰੇ। ਕਿਉਂ ਮਾਰਨਾ ਮੈਨੂੰ? ਉਹ ਵੀ ਇਸ ਤਰ੍ਹਾਂ ਦੇ ਵਚਨ ਕਰਦੇ ਹਨ। ਭਗਤਾਂ ਨੇ ਵਾਹਿਗੁਰੂ ਦੀ ਬੜੀ ਨੇੜਤਾ ਮਾਣੀ ਔਰ ਇੱਕ ਪ੍ਰਣ ਕੀਤਾ ਕਿ ਕੁਛ ਵੀ ਹੋ ਜਾਏ ਜੀਵਨ ਵਿੱਚ, ਪਰ ਤੇਰਾ ਨਾਮ ਨਹੀਂ ਤਿਆਗਣਾ, ਤੇਰੀ ਸਿਫਤ ਨਹੀਂ ਤਿਆਗਣੀ। ਸਾਡੇ ਸਰੀਰ ਦੀ ਹਾਲਤ ਤਾਂ ਐਸੀ ਹੈ, ਮਹਾਰਾਜ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੋਰਿਓ ਫਿਰਤ ਹੈ, ਜਬ ਕਛ ਪਾਵਤ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਕੁਛ ਪ੍ਰਾਪਤ ਕਰ ਲੈਂਦਾ ਤੇ ਹੰਕਾਰ ਕਰਦਾ ਹੈ, ਜੋ ਮਿਲਿਆ ਜੇ ਚਲਾ ਜਾਏ ਤੇ ਰੋਣਾ ਸ਼ੁਰੂ ਕਰ ਦਿੰਦਾ ਹੈ। ਇਹ ਸਾਡੀ ਜੀਵਨ ਦੀ ਹਾਲਤ ਹੈ। ਇਹ ਤਾਂ ਭਗਤ ਜੀ ਨੇ ਐਸਾ ਪ੍ਰਣ ਕੀਤਾ ਕਿ ਭਾਵੇਂ ਸਰੀਰ 'ਚ ਸੱਤਾ ਨਾ ਰਹੇ, ਪਰ ਤੇਰੇ ਨਾਮ ਨੂੰ ਨਹੀਂ ਛੱਡਣਾ। ਜਦੋਂ ਇਹ ਬਾਣੀ ਪੜ੍ਹੀਏ ਨਾ, ਬਾਣੀ ਨੂੰ ਵਿਚਾਰੀਏ, ਫਿਰ ਗੱਲ ਸਮਝ ਆਉਂਦੀ ਹੈ। ਮੈਂ ਐਸੇ ਕਈ ਗੁਰਮੁਖ ਪਿਆਰੇ ਦੇਖੇ
ਜਿਨ੍ਹਾਂ ਦਾ ਸਰੀਰ ਬਿਲਕੁਲ ਉੱਠਣ ਜੋਗਾ ਵੀ ਨਹੀਂ ਸੀ। ਇੱਕ ਗੁਰਮੁਖ ਪਿਆਰੇ, ਉਹ ਬੜਾ ਪਿਆਰ ਕਰਦੇ ਸਨ। ਦਾਸ ਉੱਥੇ ਰੋਪੜ ਕਥਾ ਕਰਦਾ ਸੀ, ਅਤੇ ਉਹਨਾਂ ਨੇ ਸਵੇਰੇ 4 ਵਜੇ ਪੁੱਜ ਜਾਣਾ। 96 ਸਾਲ ਦੀ ਉਮਰ ਸੀ। ਸਰੀਰ ਬਿਲਕੁਲ ਕਮਜ਼ੋਰ, ਲਿੱਸਾ। ਜਿੱਥੇ ਲੋਕ ਕਹਿੰਦੇ ਨੇ ਨਾ, ਮੈਂ ਬੁੱਢਾ ਹੋ ਗਿਆ, ਮੈਂ ਉਹਨਾਂ ਨੂੰ ਕਈ ਵਾਰੀ ਕਹਿਣਾ, ਹੁਣ ਤੁਸੀਂ ਬਜ਼ੁਰਗ ਹੋ ਗਏ ਹੋ। ਕਹਿਣ ਲੱਗੇ, ਨਹੀਂ, ਮੈਂ ਬੁੱਢਾ ਨਹੀਂ ਹਾਂ। ਮੇਰੇ ਗੁਰੂ ਨਾਨਕ ਨੇ ਮੈਨੂੰ ਉੱਦਮ ਬਖਸ਼ਿਆ, ਔਰ ਇਹੀ ਅਰਦਾਸ ਹੈ ਮੇਰੀ, ਆਖਰੀ ਸਵਾਸ ਤੱਕ ਇਹ ਉੱਦਮ ਬਖਸ਼ੇ ਕਿ ਮੈਂ ਗੁਰੂ ਘਰ ਆਉਂਦਾ ਰਹਾਂ। ਔਰ ਦੇਖੋ ਤੁਸੀਂ, ਆਖਰੀ ਸਵਾਸ ਤੱਕ, ਜਿੰਨਾ ਉਹਨਾਂ ਦੀ ਡੈਥ ਹੁੰਦੀ, ਉਸ ਨਾਲ ਸਵੇਰੇ ਨਿਤਨੇਮ ਪੂਰਾ ਨਿਭਾ ਕੇ ਗਏ ਨੇ, ਪ੍ਰਸਾਦਾ ਪਾਣੀ ਛਕਿਆ, ਜਾ ਕੇ ਫਤਿਹ ਬੁਲਾ ਗਏ। ਮੈਂ ਸਗੋਂ ਕਈ ਵਾਰੀ ਕਹਿੰਦਾ ਸੀ, ਬਹੁਤ ਪਿਆਰ ਕਰਦੇ ਸੀ ਉਹ। ਮੈਂ ਇਸ ਲਾਈਨ 'ਚ ਵਿਚਰਦਿਆਂ ਬੜੇ ਗੁਰੂ ਕੇ ਪ੍ਰੇਮੀ ਵੀ ਦੇਖੇ। ਮੈਂ ਕਹਿੰਦਾ, ਮੈਂ ਤੁਹਾਡੇ ਪੋਤਰਿਆਂ ਵਰਗਾ ਹਾਂ। ਤੁਹਾਡੀ 96 ਸਾਲ ਉਮਰ ਹੈ। ਉਸ ਵੇਲੇ ਮੇਰਾ ਵਿਆਹ ਨਹੀਂ ਸੀ ਹੋਇਆ। ਮੈਂ ਕਹਿੰਦਾ, ਤੁਹਾਡੇ ਪੋਤਰਾਂ ਦੇ ਵਿਆਹ ਕਾਰਜ ਹੋ ਗਏ ਨੇ, ਪੋਤਰੀਆਂ ਦੇ ਵਿਆਹ ਹੋ ਗਏ ਨੇ, ਮੈਂ ਉਹਨਾਂ ਨਾਲੋਂ ਵੀ ਛੋਟਾ ਹੈ। ਕਹਿੰਦੇ, ਨਹੀਂ ਨਹੀਂ, ਗੱਲ ਉਮਰ ਦੀ ਨਹੀਂ, ਗੱਲ ਤਾਂ ਤੁਸੀਂ ਗੁਰੂ ਨਾਨਕ ਦੇ ਘਰ ਦੀ ਜਿਹੜੀ ਚਾਕਰੀ ਕਰਦੇ ਹੋ, ਗੱਲ ਇਹ ਹੈ। ਇਸ ਕਰਕੇ ਮੈਂ ਤੁਹਾਡਾ ਐਡਾ ਸਤਿਕਾਰ ਕਰਦਾ। ਤੁਸੀਂ ਮੇਰੇ ਵਾਸਤੇ ਗੁਰੂ ਦੇ ਵਜ਼ੀਰ ਹੋ। ਅਤੇ ਐਸੀ ਪਿਆਰ ਵਾਲੀ ਰੂਹ। ਅਤੇ ਮੈਂ ਕਈ ਵਾਰੀ ਕਹਿੰਦਾ ਸੀ, ਚੌਕਾ ਮਾਰਨ ਦੀ ਲੋੜ ਰਹਿ ਗਈ ਹੈ, ਮੈਂ ਕਿ 100 ਸਾਲ ਪੂਰੇ ਹੋ ਜਾਣੇ ਤੁਹਾਡੇ। ਉਹਨਾਂ ਨੇ ਹੱਸ ਕੇ ਕਹਿਣਾ ਕਿ ਇਹ ਤਾਂ ਜੋ ਮੇਲਾ ਸੰਜੋਗੀ ਰਾਮ ਹੈ, ਕਹਿੰਦੇ ਸੰਸਾਰ ਚਾਹੇ ਮੇਲਾ ਸੰਜੋਗੀ ਰਾਮ। ਪਰ ਉਹਨਾਂ ਨੇ ਤਰਲਾ ਇਹੀ ਲੈਣਾ, ਸੱਚੇ ਪਾਤਸ਼ਾਹ ਆਖਰਲੀ ਸਵਾਸ ਤੱਕ ਮੇਰੇ ਉੱਤੇ ਕਿਰਪਾ ਕਰੀ, ਮੈਂ ਮੰਜੇ 'ਤੇ ਨਾ ਪਵਾਂ, ਤੇਰੇ ਦਰ 'ਤੇ ਹਾਜ਼ਰੀਆਂ ਭਰਦਾ ਰਹਾਂ। ਮੈਂ ਕਈ ਵਾਰੀ ਹੈਰਾਨ ਹੁੰਦਾ ਸੀ, ਬਹੁਤ ਠੰਡ ਹੁੰਦੀ ਸੀ, ਨੌਜਵਾਨ ਤੱਕ ਗੁਰਦੁਆਰੇ ਨਹੀਂ ਸੀ ਆਉਂਦੇ, ਪਰ ਉਹ ਕਦੀ ਨਾਗਾ ਨਹੀਂ ਸੀ ਪਾਉਂਦੇ, ਹਰ ਰੋਜ਼ ਪਹੁੰਚ ਜਾਣਾ। ਔਰ ਅਰਦਾਸ ਵੀ ਇਹ ਭਗਤ ਰਵਿਦਾਸ ਜੀ ਦਾ ਸ਼ਬਦ ਬਹੁਤ ਪੜ੍ਹਿਆ ਕਰਦੇ ਸਨ ਕਿ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੀ, ਮੇਰੇ ਉੱਤੇ ਤਰਸ ਕਰੀ। ਇੱਕ ਹੋਰ ਸ਼ਬਦ ਪੜ੍ਹਦੇ ਸਨ, ਕਹਿੰਦੇ ਮੋਹੇ ਗਰੀਬ ਕੋ ਲੇਹੋ ਰਲਾਏ। ਉਹ ਸ਼ਬਦ ਬੜਾ ਪੜ੍ਹਨਾ। ਸ਼ੁਰੂ ਦੇ ਵਿੱਚ ਮੈਨੂੰ ਵੀ ਨਹੀਂ ਸੀ ਪਤਾ ਕਿ ਇਹ ਬਾਣੀ ਦਾ ਸ਼ਬਦ ਹੈ। ਅਤੇ ਮੈਂ ਪੁੱਛਿਆ ਵੀ ਇਹ ਤੁਸੀਂ ਆਪਣੇ ਵੱਲੋਂ ਬੋਲਦੇ ਹੋ ਕਿ ਮੋਹੇ ਗਰੀਬ ਕੋ ਲੇਹੋ ਰਲਾਏ? ਬਾਕੀ ਤੁਹਾਡੇ ਕੋਲ ਤਾਂ ਫੌਜ ਤੋਂ ਤੁਸੀਂ ਰਿਟਾਇਰ ਹੋ, 2-2, 3-3 ਨੌਕਰੀਆਂ ਤੁਸੀਂ ਕੀਤੀਆਂ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਤੁਸੀਂ ਕਹਿੰਦੇ ਮੋਹੇ ਗਰੀਬ ਕੋ ਲੇਹੋ ਰਲਾਓ, ਇਹ ਮੈਨੂੰ ਸਮਝ ਨਹੀਂ ਆਇਆ। ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ। ਕਹਿੰਦੇ ਸਭ ਕੁਝ ਹੋਣ ਤੋਂ ਬਾਅਦ ਅਸੀਂ ਜਦੋਂ ਉਹਦੇ ਸਾਹਮਣੇ ਜਾਈਏ ਨਾ, ਅਸੀਂ ਹਾਂ ਸਾਰੇ ਕੰਗਾਲ ਗਰੀਬ ਹਾਂ, ਕਿਉਂਕਿ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਦ ਹੈ ਦਾਤਾ। ਅਸੀਂ ਹਾਂ ਭਿਖਾਰੀ ਸਾਰੇ, ਸਾਡੇ ਕੋਲ ਜਿਤਨੇ ਮਰਜ਼ੀ ਧਨ ਪਦਾਰਥ ਆ ਜਾਣ, ਦੁਨੀਆ ਦੀ ਸਾਰੀ ਧਨ ਦੌਲਤ ਸਾਡੇ ਕੋਲ ਹੋਵੇ, ਹਰ ਇੱਕ ਸੁੱਖ ਹੋਵੇ, ਪਰ ਹਾਂ ਅਸੀਂ ਫਿਰ ਭਿਖਾਰੀ ਦੇ ਭਿਖਾਰੀ। ਰਾਜਾ ਤਾਂ ਵਾਹਿਗੁਰੂ ਹੀ ਹੈ। ਸੋ ਇਸ ਤਰ੍ਹਾਂ ਇੱਕ ਤਰਲਾ ਲੈਣਾ ਜੀਵਨ ਦੇ ਅੰਦਰ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ, ਜਿਵੇਂ ਭਗਤ ਰਵਿਦਾਸ ਜੀ ਅਰਦਾਸ ਕਰ ਰਹੇ ਨੇ ਕਿ ਸੱਚੇ ਪਾਤਸ਼ਾਹ ਸਰੀਰ ਦੀ ਸੱਤਾ ਚਲੀ ਜਾਏ, ਤਾਕਤ ਚਲੀ ਜਾਏ, ਸੱਤਿਆਂ ਜਾਣ ਤੋਂ ਬਾਅਦ ਵੀ ਮੈਂ ਤੇਰੇ ਚਰਨ ਨਹੀਂ ਛੱਡਾਂਗਾ। ਪਾਓ ਤੇਰੀ ਸਿਫਤ ਸਲਾਹ ਕਰਦਾ ਰਹਾਂਗਾ, ਤੈਨੂੰ ਯਾਦ ਕਰਦਾ ਰਹਾਂਗਾ। ਫਿਰ ਲਾਸਟ ਪੰਕਤੀਆਂ 'ਚ ਕਹਿ ਰਹੇ ਨੇ, ਕਹੋ ਰਵਿਦਾਸ ਪਰੋਂ ਤੇਰੀ ਸੰਭਾ। ਹੇ ਰਵਿਦਾਸ, ਪ੍ਰਭੂ ਦੇ ਦਰ 'ਤੇ ਆਖੇ ਪ੍ਰਭੂ ਮੈਂ ਤੇਰੀ ਸ਼ਰਨ ਪਿਆ ਹਾਂ। ਪਰੋ ਤੇਰੀ ਸਾਂਭਾ, ਸਾਂਭਾ ਦਾ ਅਰਥ ਹੈ ਸ਼ਰਨ। ਹੇ ਪ੍ਰਭੂ ਮੈਂ ਤੇਰੀ ਸ਼ਰਨ ਪਿਆ ਹਾਂ। ਤੇ ਆਖਣ ਲੱਗੇ ਵੇਗ ਮਿਲੋ ਜਨ ਕਰ ਨਾ ਬਿਲਾਂਬਾ। ਵੇਗ ਦਾ ਅਰਥ ਹੁੰਦਾ ਛੇਤੀ। ਮੈਨੂੰ ਸੇਵਕ ਨੂੰ ਛੇਤੀ ਮਿਲੋ, ਕਰ ਨਾ ਬਿਲਾਂਬਾ। ਬਿਲਾਂਬਾ ਦਾ ਅਰਥ ਹੁੰਦਾ ਢਿੱਲ ਕਰਨੀ, ਦੇਰੀ ਕਰਨੀ। ਕਹਿੰਦੇ ਮੈਨੂੰ ਸੇਵਕ ਨੂੰ ਹੇ ਪ੍ਰਭੂ ਛੇਤੀ ਮਿਲ, ਢਿੱਲ ਨਾ ਕਰ ਮਿਲਾਪ ਦੇ ਵਿੱਚ।
ਮੈਨੂੰ ਛੇਤੀ ਮਿਲ। ਔਰ ਇਹ ਸਾਡੀ ਵੀ ਅਰਦਾਸ ਹੋਣੀ ਚਾਹੀਦੀ ਹੈ ਵਾਹਿਗੁਰੂ ਦੇ ਚਰਨਾਂ ਵਿੱਚ। ਭਾਵ ਇਹ ਹੈ ਕਿ ਪ੍ਰਭੂ ਦੇ ਦਰ 'ਤੇ ਅਰਦਾਸ ਹਮੇਸ਼ਾ ਅਸੀਂ ਕਰਦੇ ਰਹੀਏ ਕਿ ਹੇ ਪ੍ਰਭੂ ਅਸੀਂ ਮੰਦ ਕਰਮੀ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਮਹਾਰਾਜ ਕਹਿੰਦੇ ਨੇ ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਹਿ। ਨੀਚ ਕਰਮ, ਸਾਡੇ ਕਰਮ ਨੀਚ ਹੈ। ਭਗਤ ਰਵਿਦਾਸ ਵੀ ਇਸ ਸ਼ਬਦ ਦੇ ਰਾਹੀਂ ਪ੍ਰਭੂ ਦੇ ਚਰਨਾਂ 'ਤੇ ਅਰਦਾਸ ਕਰਦੇ ਨੇ, ਵੰਦਨਾ ਕਰ ਰਹੇ ਨੇ, ਨਮਸਕਾਰ ਕਰ ਰਹੇ ਨੇ ਵਾਹਿਗੁਰੂ ਜੀ ਨੂੰ। ਆਖ ਰਹੇ ਨੇ, ਹੇ ਮੇਰੇ ਪ੍ਰਭੂ ਮੈਂ ਮੰਦ ਕਰਮੀ ਹਾਂ ਔਰ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਕਿਉਂਕਿ ਜਦੋਂ ਸਿੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਕਹਿੰਦਾ ਹੈ ਸਰਨੀ ਆਇਆ ਭਰੋਸਾ ਆਇਆ। ਮੈਂ ਭਰੋਸਾ ਲੈ ਕੇ ਤੇਰੀ ਸ਼ਰਨ ਵਿੱਚ ਆਇਆ। ਭਗਤ ਜੀ ਕਹਿੰਦੇ ਮੈਂ ਤੇਰੀ ਸ਼ਰਨ 'ਚ ਆਇਆ ਹਾਂ। ਗੱਲ ਸੱਚੀ ਹੈ ਕਿ ਭੈੜੀ ਸੰਗਤ ਮੇਰੀ ਹੈ ਅਤੇ ਤੂੰ ਹੀ ਕਿਰਪਾ ਕਰ ਮੈਨੂੰ ਉਸ ਭੈੜੀ ਸੰਗਤ ਤੋਂ ਬਚਾਈ ਰੱਖ। ਗੁਰਸਿੱਖੋ, ਜੇ ਉਸਦੀ ਨਜ਼ਰ ਨਾ ਹੋਵੇ ਤਾਂ ਇਹ ਭੈੜੀ ਸੰਗਤ ਤੋਂ ਅਸੀਂ ਬਚ ਨਹੀਂ ਸਕਦੇ। ਜਿੰਨਾ ਮਰਜ਼ੀ ਪਾਠ ਪੂਜਾ ਨਿਤਨੇਮ ਪ੍ਰੇਮ ਸੇਵਾ ਜੋ ਮਰਜ਼ੀ ਕਰ ਲਈਏ, ਜਦੋਂ ਉਹ ਕਿਰਪਾ ਕਰਦਾ ਤਾਂ ਇਹ ਕੀਤੇ ਹੋਏ ਕਰਮ ਫਲਦੇ ਨੇ। ਫਿਰ ਕੀਤਾ ਹੋਇਆ ਪਾਠ ਸੇਵਾ ਇਹ ਭਲੀ ਊਤ ਹੁੰਦੀ ਹੈ, ਇਹ ਫਲਦੀ ਹੈ ਜਦੋਂ ਵਾਹਿਗੁਰੂ ਵਿੱਚ ਕਿਰਪਾ ਕਰ ਦਿੰਦਾ ਹੈ। ਵਾਹਿਗੁਰੂ ਕਿਰਪਾ ਕਰ ਦਿੰਦਾ। ਇੱਕ ਅਰਦਾਸ ਕਰਕੇ ਜਾਓ, ਸੱਚੇ ਪਾਤਸ਼ਾਹ ਅਸੀਂ ਤੇਰੀ ਸ਼ਰਨ ਆਏ ਹਾਂ, ਅਸੀਂ ਮੰਦ ਕਰਮੀ ਹਾਂ। ਤੂੰ ਆਪ ਹੀ ਕਿਰਪਾ ਕਰ ਕਿ ਸਾਨੂੰ ਇਸ ਭੈੜੀ ਸੰਗਤ ਤੋਂ, ਮਾੜੀ ਸੰਗਤ ਤੋਂ, ਵਿਕਾਰਾਂ ਦੀ ਸੰਗਤ ਤੋਂ, ਔਗਣਾਂ ਤੋਂ ਸਾਨੂੰ ਬਚਾਈ ਰੱਖ। ਆਪਣੇ ਆਪਣੇ ਲਈ ਸਾਰੇ ਤਰਲਾ ਲੈ ਕੇ ਜਾਓ। ਮੈਂ ਬੇਨਤੀ ਕਰਾਂ, ਜੇ ਭੈੜੀ ਸੰਗਤ ਤੋਂ ਗੁਰੂ ਨੇ ਹੱਥ ਦੇ ਕੇ ਸਾਨੂੰ ਬਚਾ ਲਿਆ ਨਾ ਭਾਈ ਜੋਗੇ ਵਾਂਗ, ਭੈੜੀ ਸੰਗਤ ਤੋਂ ਬਚ ਗਏ, ਫਿਰ ਕੁਦਰਤੀ ਹੈ ਚੰਗੀ ਸੰਗਤ ਵਿੱਚ ਆਵਾਂਗੇ ਅਤੇ ਚੰਗੀ ਸੰਗਤ ਸਾਨੂੰ ਹੋਰ ਚੰਗਾ ਬਣਾ ਦੇਗੀ। ਕਿਉਂਕਿ ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਜਿਹੜੀ ਚੰਗੀ ਸੰਗਤ ਹੈ ਨਾ ਸਾਨੂੰ ਬਹੁਤ ਮਾਣ ਕਰ ਦਿੰਦੀ ਹੈ, ਸਾਡੇ ਸਾਰੇ ਗੁਣ ਧੋ ਦਿੰਦੀ ਹੈ ਚੰਗੀ ਸੰਗਤ। ਅਤੇ ਫਿਰ ਸਿੱਖ ਜਿਹੜਾ ਉਹ ਗੁਣਾਂ ਵਾਸਤੇ ਦੌੜਦਾ ਹੈ, ਚੰਗਿਆਈਆਂ ਵਾਸਤੇ ਦੌੜਦਾ ਹੈ। ਇਸ ਕਰਕੇ ਤਰਲਾ ਲਓ, ਗੁਰੂ ਕਿਰਪਾ ਕਰੇ ਇਹ ਬਚਨ ਸਾਡੇ ਹਿਰਦੇ 'ਚ ਵਸ ਜਾਣ ਅਤੇ ਅਸੀਂ ਜੀਵਨ ਦੇ ਵਿੱਚੋਂ ਔਗਣਾਂ ਤੋਂ ਬਚ ਜਾਈਏ, ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਹੋ ਜਾਈਏ। ਇਤਨੇ ਕੋ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ। ਮੇਰੀਆਂ ਭੁੱਲਾਂ ਮੇਰੀ ਝੋਲੀ 'ਚ ਪਾ ਜਾਣਾ। ਗੁਰੂ ਚਰਨਾਂ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਕਿ ਅਸੀਂ ਰਲ ਮਿਲ ਕੇ ਗੁਰਬਾਣੀ ਵਿਚਾਰਦੇ ਹੋਏ ਆਪਣੇ ਜੀਵਨ ਨੂੰ ਸਫਲਾ ਕਰੀਏ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।